गुड मॉर्निंग ऑल स्टूडेंट। ਕੀ ਤੁਸੀਂ ਠੀਕ ਹੋ? ਘਰ ਬੈਠ ਕੇ ਆਪਣਾ ਵਰਕ ਕਰ ਰਹੇ ਹੋ? ਅਸੀਂ ਆਸ ਕਰਦੇ ਹਾਂ ਤੁਸੀਂ ਘਰ ਬੈਠ ਕੇ ਆਪਣਾ ਵਰਕ ਕਰ ਰਹੇ ਹੋ। ਇਸ ਦੇ ਨਾਲ ਨਾਲ ਪਿਆਰੇ ਬੱਚਿਓ, ਅਸੀਂ ਕਹਾਣੀ ਕਵਿਤਾ ਜੋ ਸੁਣਦੇ ਹਾਂ ਉੱਤੇ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਆ। ਅਤੇ ਘਰ ਦੇ ਵਿੱਚ ਹੀ ਅਸੀਂ ਗਰਮੀ ਦੇ ਵਿੱਚ ਰਹਿੰਦੇ ਹਾਂ, ਘਰ ਬੈਠ ਕੇ ਆਪਣਾ ਗਰਮੀ ਤੋਂ ਬਚਾਅ ਕਰਨਾ ਅਤੇ ਜੋ ਸਕੂਲ ਦਾ ਵਰਕ ਹੈ ਕਰਨਾ। ਪਿਆਰੇ ਬੱਚਿਓ, ਅਸੀਂ ਅੱਜ ਕਹਾਣੀ ਸੁਣਾਉਣ ਜਾ ਰਹੇ ਹਾਂ ਰੇਸ਼ਮ ਦਾ ਕੀੜਾ। ਰੇਸ਼ਮ ਦਾ ਜੋ ਕੀੜਾ ਆ ਪਿਆਰੇ ਬੱਚਿਓ, ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਜਿੱਦਾਂ ਰੇਸ਼ਮ ਦੇ ਕੀੜੇ ਕੱਪੜੇ, ਹੁਣ ਵੀ ਇਹ ਜਿੱਥੇ ਜਿੱਥੇ ਪੈਦਾਵਾਰ ਪਹਿਲਾਂ ਆਪਣੇ ਬਹੁਤ ਹੀ ਰੂੰ ਇੱਥੇ ਕਪਾਹ ਨਰਮੇ ਬੀਜਦੇ ਸੀ, ਹੁਣ ਤੇ ਕੁਛ ਕੱਟ ਕਰਤੇ, ਜਿਵੇਂ ਪੰਜਾਬ ਦੇ ਫਿਰੋਜ਼ਪੁਰ ਏਰੀਆ ਜਾਂ ਰਾਜਸਥਾਨ ਦੇ ਵਿੱਚ ਇਹ ਬਹੁਤ ਹੀ ਰੂੰ ਦੀ ਨਰਮਾ ਕਪਾਹ ਦੀ ਖੇਤੀ ਹੁੰਦੀ ਆ। ਪਿਆਰੇ ਬੱਚੋ, ਜਿਹੜਾ ਰੇਸ਼ਮ ਦਾ ਕੀੜਾ ਚਮਕਦਾਰ ਕੱਪੜੇ ਸੀ ਉਹ ਪਾਉਂਦਾ ਤਾਂ ਉਹ ਰੇਸ਼ਮੀ ਰੁਮਾਲਾਂ ਨੂੰ ਹੱਥ ਵਿੱਚ ਰੱਖਦੇ ਹਾਂ। ਕੀ ਤੁਹਾਨੂੰ ਪਤਾ ਹੈ ਕਿ ਇਹ ਕਿਸ ਚੀਜ਼ ਤੋਂ ਬਣਦੇ ਹਨ? ਤੁਸੀਂ ਸ਼ਾਇਦ ਸੋਚਾਂਗੇ ਕਿ ਇਹ ਰੇਸ਼ਮੀ ਕੱਪੜਾ ਰੂੰ ਤੋਂ ਜਾਂ ਫਿਰ ਉੱਨ ਤੋਂ ਬਣਦਾ ਹੋਵੇਗਾ। ਪਿਆਰੇ ਬੱਚਿਓ, ਪਰ ਨਹੀਂ, ਇਹ ਕੱਪੜਾ ਜਿਸ ਧਾਗੇ ਤੋਂ ਬਣਦਾ ਹੈ ਉਸ ਨੂੰ ਇੱਕ ਜਿਉਂਦਾ ਕੀੜਾ ਬਣਾਉਂਦਾ ਹੈ। ਇਸ ਕੀੜੇ ਨੂੰ ਰੇਸ਼ਮ ਦਾ ਕੀੜਾ ਕਹਿੰਦੇ ਹਨ। ਪਿਆਰੇ ਬੱਚਿਓ, ਨਿੱਕੇ ਹੁੰਦਿਆਂ ਰੇਸ਼ਮ ਦਾ ਕੀੜਾ ਚੌਲਾਂ ਦੇ ਦਾਣੇ ਜਿੰਨਾ ਹੁੰਦਾ ਹੈ। ਇਸ ਨੂੰ ਸ਼ਕਲ ਬੜੀ ਅਜੀਬ ਜਿਹੀ ਹੁੰਦੀ ਹੈ। 16 ਤਾਂ ਤੇ ਪੈਰ ਹੁੰਦੇ ਹਨ ਅਤੇ 14 ਅੱਖਾਂ ਇਸ ਦੇ ਜਬਾੜਿਆਂ ਦੇ ਦੋਵੇਂ ਪਾਸੇ ਛੋਟੇ ਛੋਟੇ ਸੁਰਾਖ ਹੁੰਦੇ ਹਨ। ਅਤੇ ਜੋ ਅਸੀਂ ਜਿਵੇਂ ਕੱਪੜਾ ਵਗੈਰਾ, ਰੁਮਾਲ ਲਾ ਲਓ ਜਾਂ ਕਾਟਨ, ਇਹ ਜੋ ਚੀਜ਼ਾਂ ਆ ਕਾਟਨ ਤੋਂ ਬਣਦੀਆਂ ਆ, ਨਰਮਾ ਕਪਾਹ ਦੀ ਉਹ ਫਸਲ ਹੁੰਦੀ ਆ, ਉਸ ਤੋਂ ਬਾਅਦ ਰੇਸ਼ਮੀ ਕੀੜੇ ਹੁੰਦੇ ਆ, ਉਹ ਉਹਦੇ ਜ਼ਰੀਏ ਤਿਆਰ ਹੁੰਦਾ ਆ। ਅਤੇ ਪਿਆਰੇ ਬੱਚੇ, ਅਸੀਂ ਰੇਸ਼ਮੀ ਜੋ ਕੀੜਾ ਆ, ਸਭ ਤੋਂ ਪਹਿਲਾਂ ਚੀਨ ਦੇ ਲੋਕਾਂ ਨੂੰ ਰੇਸ਼ਮ ਦੇ ਕੀੜੇ ਦਾ ਪਤਾ ਲੱਗਾ। ਇਸ ਲਈ ਰੇਸ਼ਮ ਦੇ ਕੀੜੇ ਤੋਂ ਰੇਸ਼ਮੀ ਕੱਪੜਾ ਬਣਾਉਣ ਵਿੱਚ ਪਹਿਲ ਚੀਨ ਨੇ ਹੀ ਕੀਤੀ। ਦੂਜੇ ਦੇਸ਼ਾਂ ਦੇ ਲੋਕਾਂ ਨੇ ਰੇਸ਼ਮੀ ਕੱਪੜੇ ਦਾ ਭੇਦ ਜਾਣਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਚੀਨੀ ਲੋਕਾਂ ਨੇ ਇਹ ਭੇਦ ਨਾ ਖੋਲ੍ਹਣ ਦਿੱਤਾ। ਸੈਂਕੜੇ ਸਾਲਾਂ ਤੱਕ ਰੇਸ਼ਮ ਬਣਾਉਣ ਦਾ ਗੁਣ ਕੇਵਲ ਚੀਨੀਆਂ ਕੋਲ ਹੀ ਰਿਹਾ। ਪਿਆਰੇ ਬੱਚਿਓ, ਬਹੁਤ ਉਹਨਾਂ ਆਪੋ ਆਪਣਾ ਦੇਸ਼ ਜੋ ਕੋਸ਼ਿਸ਼ ਕਰਦਾ ਵੀ ਅਸੀਂ ਕਿਸੇ ਚੀਜ਼ ਦੀ ਤਕਨੀਕੀ ਜਾਂ ਟੈਕਨੋਲੋਜੀ ਕਰੀਏ। ਹਰ ਕੰਮ ਕਈ ਜੋ ਪੜ੍ਹ ਲਿਖ ਕੇ ਕੋਈ ਜਲਦੀ ਇੰਜੀਨੀਅਰ ਜਿਵੇਂ ਬਣਦੇ ਆ, ਉਹ ਚੀਜ਼ਾਂ ਦੇ ਇਹਦੇ ਵਿੱਚ ਕੋਈ ਮਾਹਰ ਵੀ ਬਹੁਤ ਹੁੰਦੇ ਆ। ਹਰ ਦੇਸ਼ ਚਾਹੁੰਦਾ ਸਾਡੇ ਦੇਸ਼ ਦੇ ਬੱਚੇ ਪੜ੍ਹ ਲਿਖ ਕੇ ਪੜ੍ਹਨ ਅਤੇ ਬਹੁਤ ਹੀ ਕੋਈ ਨਵਾਂ ਆਪਣਾ ਕੋਈ ਚੀਜ਼ ਬਣਾਉਣ, ਉਹ ਸਿੱਖਣ। ਅਤੇ ਪਿਆਰੇ ਬੱਚੇ, ਉਸ ਸਮੇਂ ਦੇ ਵਿੱਚ ਚੀਨ ਨੇ ਕਾਫੀ ਸਮੇਂ ਤੱਕ ਇਹਦਾ ਮਤਲਬ ਰੱਖਿਆ, ਅਤੇ ਬਾਅਦ ਦੇ ਵਿੱਚ ਕਾਫੀ ਦੇਸ਼ਾਂ ਨੇ ਕੋਸ਼ਿਸ਼ ਕੀਤੀ, ਪਰ ਹੌਲੀ ਹੌਲੀ ਜਦੋਂ ਪਤਾ ਲੱਗਾ। ਇੱਕ ਵਾਰ ਚੀਨ ਦੇ ਇੱਕ ਬਾਦਸ਼ਾਹ ਦੀ ਸ਼ਹਿਜ਼ਾਦੀ ਦਾ ਵਿਆਹ ਕਿਸੇ ਹੋਰ ਦੇਸ਼ ਦੇ ਰਾਜਕੁਮਾਰ ਨਾਲ ਹੋ ਗਿਆ। ਜਦੋਂ ਸ਼ਹਿਜ਼ਾਦੀਆਂ ਆਪਣੇ ਸਹੁਰੇ ਘਰ ਜਾਣ ਲੱਗੀ ਤਾਂ ਉਸਨੇ ਇੱਕ ਖੋਖਲੇ ਬਾਂਸ ਵਿੱਚ ਕੁਝ ਕੀੜੇ ਪਾਏ ਅਤੇ ਲੁਕੋ ਕੇ ਆਪਣੀ ਨਾਲ ਲੈ ਗਏ। ਇਸ ਤਰ੍ਹਾਂ ਰੇਸ਼ਮ ਬਣਾਉਣ ਦਾ ਢੰਗ ਦੂਜੇ ਦੇਸ਼ਾਂ ਨੂੰ ਵੀ ਪਤਾ ਲੱਗ ਗਿਆ। ਇਹ ਕੀੜਾ ਜਦੋਂ ਆਂਡੇ ਵਿੱਚੋਂ ਨਿਕਲਦਾ ਹੈ ਤਾਂ ਬਿਲਕੁਲ ਛੋਟਾ ਜਿਹਾ ਹੁੰਦਾ ਹੈ। ਪੈਦਾ ਹੁੰਦਿਆਂ ਸਾਰ ਹੀ ਇਹ ਵਧਣ ਲੱਗ ਜਾਂਦਾ ਹੈ। ਪੇਟੂ ਤਾਂ ਇਹਨਾਂ ਕੀ ਪੈਦਾ ਹੁੰਦੇ ਹੀ ਖਾਣਾ ਸ਼ੁਰੂ ਕਰ ਦਿੰਦੇ ਹਨ। ਜੇ ਦਰੱਖਤਾਂ ਦੀਆਂ ਨਰਮ ਪੱਤੀਆਂ ਉਸ ਨੂੰ ਬਹੁਤ ਸਵਾਦ ਲੱਗਦੀਆਂ ਹਨ। ਸ਼ਹਿਤੂਤ ਇਸ ਕੀੜੇ ਦੀ ਮਨ ਭਾਉਂਦੀ ਖੁਰਾਕ ਹੈ।
ਮਹੀਨੇ ਡੇਢ ਮਹੀਨੇ ਦੀ ਪੁਰਾਣੀ ਪੂਰੀ ਉਮਰ ਵਿੱਚ ਇਹ ਕੀੜਾ ਲਗਭਗ 1 ਮਣ ਖੁਰਾਕ ਹਜਮ ਕਰ ਜਾਂਦਾ ਹੈ। ਇਹ ਬਹੁਤ ਤੇਜ਼ੀ ਨਾਲ ਵੱਧਦਾ ਹੈ ਕਿ ਜੋ ਖੁਰਾਕ ਉਹਨਾਂ ਨੇ ਭੋਜਨ ਨਵੀਂ ਚੀਜ਼ਾਂ ਦੇ ਦਰਖਤਾਂ ਤੋਂ ਖਾਣਾ ਆ, ਕੁੰਬਲੀਆਂ ਖਾਂਦੇ ਜ਼ਿਆਦਾਤਰ, ਉਹ ਖੁਰਾਕ ਬਹੁਤ ਹੀ ਮਤਲਬ ਤਾਕਤਵਰ ਹੁੰਦੀ ਆ। ਤੇ ਜਿਵੇਂ ਕੀੜਿਆਂ ਨੇ ਕਾਫੀ ਕਰਕੇ ਉਹਨਾਂ ਦਾ ਭੋਜਨ ਇਹੀ ਸੀ। ਜਦੋਂ ਇਹ ਕੀੜਾ 7 ਦਿਨਾਂ ਦਾ ਹੋ ਜਾਂਦਾ ਹੈ ਤਾਂ ਇਹ ਇੰਨਾ ਵੱਧ ਜਾਂਦਾ ਹੈ ਕਿ ਇਸ ਦੀ ਸਰੀਰ ਦੀ ਖੱਲ ਛੋਟੀ ਹੋ ਜਾਂਦੀ ਹੈ ਅਤੇ ਇਹ ਆਪਣੀ ਖੱਲ ਪਾੜ ਕੇ ਉਸ ਵਿੱਚੋਂ ਬਾਹਰ ਨਿਕਲ ਆਉਂਦਾ ਹੈ। 10ਵੇਂ ਦਿਨ ਇਸਦੀ ਦੂਸਰੀ ਖੱਲ ਵੀ ਛੋਟੀ ਹੋ ਜਾਂਦੀ ਹੈ ਅਤੇ ਇਹ ਇਸ ਨੂੰ ਵੀ ਲਾਹ ਛੱਡਦਾ ਹੈ। 15ਵੇਂ ਦਿਨ ਇਹ ਕੀੜਾ ਤੀਜੀ ਖੱਲ ਵੀ ਛੋਟੀ ਹੋ ਜਾਂਦੀ ਹੈ ਅਤੇ ਇਹ ਇਸ ਨੂੰ ਵੀ ਲਾਹ ਛੱਡਦਾ ਹੈ। 15ਵੇਂ ਦਿਨ ਇਹ ਕੀੜਾ ਤੀਜੀ ਖੱਲ ਵੀ ਉਤਾਰ ਦਿੰਦਾ ਹੈ। 30ਵੇਂ ਦਿਨ ਇਹ ਵੱਧ ਕੇ ਕੋਈ 3 ਇੰਚ ਲੰਮਾ ਹੋ ਜਾਂਦਾ ਹੈ। ਪਿਆਰੇ ਬੱਚਿਓ, ਮਤਲਬ ਖੁਰਾਕ ਜਿਵੇਂ ਖਾਈ ਗਏ, ਸਮੇਂ ਦੇ ਨਾਲ ਉਹਨੇ ਆਪਣਾ ਜੋ ਆ ਵੀ ਜੋ ਉਹਦਾ ਫਰਜ਼ ਉਹਨੇ ਆਪਣਾ ਪੂਰਾ ਕਰਦੇ ਗਿਆ। ਜੇ ਇਹਨੂੰ ਖੁਰਾਕ ਮਿਲਦੀ ਪਾਲਿਆ, ਉਹਨਾਂ ਹੀ ਉਹ ਆਪਣਾ ਮਤਲਬ ਆਪਣਾ ਫਰਜ਼ ਪੂਰਾ ਗਿਆ। ਇਸ ਦੀ ਖੱਲ ਵੀ ਛੋਟੀ ਹੋ ਜਾਂਦੀ ਹੈ ਅਤੇ ਇਸ ਨੂੰ ਵੀ ਲਾਹ ਦਿੰਦੇ ਹਨ। ਇਸ ਸਮੇਂ ਦੇ ਦੌਰਾਨ ਇਹ ਕੁਝ ਨਹੀਂ ਕਰਦਾ, ਬਸ ਖਾਂਦਾ ਹੀ ਰਹਿੰਦਾ ਹੈ। ਇਸ ਦੇ ਕੰਮ ਦਾ ਵਕਤ ਉਹ ਹੁੰਦਾ ਹੈ ਜਦੋਂ ਇਹ ਖੁਦ ਕਿਸੇ ਪੱਤੇ ਤੇ ਬੈਠ ਜਾਂਦਾ ਹੈ। ਹੁਣ ਇਹ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦਾ। ਇਹ ਆਪਣੇ ਮੂੰਹ ਦੇ ਜਬਾੜਿਆਂ ਦੇ ਬਹੁਤ ਛੋਟੇ ਸੁਰਾਖਾਂ ਵਿੱਚੋਂ ਇੱਕ ਤਾਰ ਕੱਢਣਾ ਸ਼ੁਰੂ ਕਰ ਦਿੰਦਾ ਹੈ। ਇਸ ਤਾਰ ਨੂੰ ਇਹ ਆਪਣੇ ਬਾਡੀ ਦੇ ਆਲੇ ਦੁਆਲੇ ਲਪੇਟਦਾ ਰਹਿੰਦਾ ਹੈ। ਆਖਿਰ ਇਹਨਾਂ ਤਾਰਾਂ ਦੀਆਂ ਇੱਕ ਕੋਠੜੀ ਜਿਹੀ ਬਣ ਜਾਂਦੀ ਹੈ। ਆਪੇ ਬਣਾਈ ਤਾਰਾਂ ਦੀਆਂ ਇਸ ਕੋਠੜੀ ਵਿੱਚ ਇਹ ਬਿਲਕੁਲ ਬੰਦ ਹੋ ਜਾਂਦਾ ਹੈ। ਪਿਆਰੇ ਬੱਚਿਓ, ਇਹ ਜਦੋਂ ਆਪਣੀ ਮਿਹਨਤ ਦਾ ਜੋ ਕਰਦਾ ਸੁਰਾਖਾਂ ਦੇ ਵਿੱਚ ਆਪਣਾ ਕਾਰ ਕਵਰ ਕਰ ਲੈਂਦਾ ਆ ਤੇ ਸਾਰੀਆਂ ਤਾਰਾਂ ਕੱਢ ਲੈਣ ਤੋਂ ਬਾਅਦ ਇਹ ਬੇਹੋਸ਼ ਹੋ ਜਾਂਦਾ ਹੈ। ਇਹ ਬੇਹੋਸ਼ੀ ਦੀ ਹਾਲਤ ਵਿੱਚ ਇਸ ਆਖਰੀ ਗੱਲ ਵੀ ਕਾਲ ਵੀ ਉਤਰ ਜਾਂਦੀ ਹੈ। ਪਰ ਫਿਰ ਵੀ ਕੀੜਾ ਇੱਕ ਖੂਬਸੂਰਤ ਤਿਤਲੀ ਬਣ ਜਾਂਦਾ ਹੈ। ਜਦੋਂ ਇਸ ਨੂੰ ਹੋਸ਼ ਆਉਂਦੀ ਹੈ ਤਾਂ ਇਹ ਤਾਰਾਂ ਦੀ ਪੇਟੀ ਵਿੱਚੋਂ ਬਾਹਰ ਨਿਕਲਣਾ ਚਾਹੁੰਦਾ ਹੈ। ਉਹ ਆਪਣੇ ਮੂੰਹ ਦੇ ਰਸ ਨਾਲ ਇਹਨਾਂ ਤਾਰਾਂ ਨੂੰ ਗਿੱਲਾ ਲੈਂਦਾ ਹੈ। ਇਹ ਤਾਰਾਂ ਨਰਮ ਹੋ ਜਾਂਦੀਆਂ ਹਨ ਤੇ ਟੁੱਟ ਜਾਂਦੀਆਂ ਹਨ। ਕਿਉਂ ਰਸਤਾ ਬਣਾ ਕੇ ਇਹ ਤਿਤਲੀ ਦੇ ਰੂਪ ਵਿੱਚ ਬਾਹਰ ਨਿਕਲ ਆਉਂਦਾ ਹੈ। ਫਿਰ ਇਹ ਬੜੇ ਮਜ਼ੇ ਨਾਲ ਬਾਹਰ ਉੜਦਾ ਫਿਰਦਾ ਹੈ, ਤਿਤਲੀ ਬਣ ਜਾਂਦਾ ਹੈ। ਬਾਹਰ ਨਿਕਲ ਆਉਂਦਾ ਹੈ ਤਾਂ ਫਿਰ ਇਹ ਬੜੇ ਮਜ਼ੇ ਨਾਲ ਹਮੇਸ਼ਾ ਜਿੱਦਾਂ ਤਿਤਲੀ ਲਾ ਲਓ, ਇੱਦਾਂ ਦੇਖੋ ਦਰਖਤਾਂ ਪੌਦਿਆਂ ਜਿੱਥੇ ਫੁੱਲ ਵਗੈਰਾ ਹੁੰਦੇ ਆ, ਬੜੇ ਥਾਂ ਦਾ ਬਹਿੰਦੇ, ਰੰਗ ਬਿਰੰਗੇ ਇਹਨਾਂ ਦੇ ਰੰਗ ਹੁੰਦੇ ਆ। ਤਿਤਲੀ ਬਣਨ ਤੋਂ ਬਾਅਦ ਆਪਣੇ ਪਿਛਲਾ ਜੀਵਨ ਬਿਲਕੁਲ ਭੁੱਲ ਜਾਂਦਾ ਹੈ। ਹੁਣ ਇਹ ਆਂਡੇ ਦੇਣ ਤੋਂ ਬਿਨਾਂ ਕੋਈ ਹੋਰ ਕੰਮ ਨਹੀਂ ਕਰਦਾ। ਕੁਝ ਦਿਨਾਂ ਸੈਰ ਸਪਾਟੇ ਤੋਂ ਬਾਅਦ ਇਹ ਮਰ ਜਾਂਦਾ। ਪਰ ਆਦਮੀ ਕੀੜੇ ਨੂੰ ਤਿਤਲੀ ਬਣਨ ਤੋਂ ਪਹਿਲਾਂ ਹੀ ਮਰ ਜਾਂਦਾ, ਤਾਂ ਕਿ ਉਸ ਵੱਲੋਂ ਕੱਤੀ ਗਈ ਤਾਰਾਂ ਦੀ ਪੋਟਲੀ ਕਿਧਰੇ ਖਰਾਬ ਨਾ ਹੋ ਜਾਵੇ। ਜਦੋਂ ਕੀੜਾ ਸਾਰੇ ਤਾਰ ਕੱਢ ਲੈਂਦਾ ਹੈ ਤੇ ਕੋਠੜੀ ਵਿੱਚ ਬੰਦ ਹੋ ਕੇ ਬੇਹੋਸ਼ ਹੋ ਜਾਂਦਾ ਹੈ ਤਾਂ ਆਦਮੀ ਉਸ ਮੁੱਢੇ ਨੂੰ ਉਸੇ ਵਕਤ ਉਤਾਰ ਲੈਂਦਾ ਹੈ ਅਤੇ ਗਰਮੀ ਪਾਣੀ ਵਿੱਚ ਸੁੱਟ ਦਿੰਦਾ ਹੈ। ਇਸੇ ਤਰ੍ਹਾਂ ਜਦੋਂ ਉਹਦਾ ਜੀਵਨ ਇਸੇ ਤਰ੍ਹਾਂ ਹੁੰਦਾ ਆ ਤੇ ਬਹੁਤ ਗਰਮੀ ਜਦੋਂ ਉੱਡਦੇ ਇਹਦੇ ਵਿੱਚ ਪਾਣੀ ਦੀ ਲੋੜ ਇਸੇ ਤਰ੍ਹਾਂ ਹੁੰਦੀ ਆ, ਪਰ ਉਹ ਆਪਣਾ ਫਿਰ ਕਰਕੇ ਇਹਨੂੰ ਰਸਤਾ
ਉੱਡ ਉੱਡ ਕੇ ਜਾ ਕੇ ਪਾਣੀ ਜੋ ਜਗ੍ਹਾ ਪੀ ਤੇ ਆਪਣਾ ਰਸਤਾ ਬਣਾ ਲੈਂਦਾ ਆ। ਵਿਚਾਰਾ ਕੀੜਾ ਹੋਸ਼ ਵਿੱਚ ਆਉਣ ਤੋਂ ਪਹਿਲਾਂ ਹੀ ਮਰ ਜਾਂਦਾ ਹੈ। ਗਰਮੀ ਮਿਲ ਜਾਣ ਕਰਕੇ ਇਹ ਤਾਰ ਵੀ ਅਲੱਗ ਹੋ ਜਾਂਦਾ, ਜਿਵੇਂ ਹਨੇਰੀ ਤੂਫਾਨ ਆਉਂਦਾ ਆ ਤਾਂ ਉਹ ਸਭ ਕੁਝ ਦਰਖਤਾਂ ਟਾਹਣੀਆਂ ਹਿਲਦੀਆਂ ਤੇ ਉਹ ਨੁਕਸਾਨ ਹੋ ਜਾਂਦਾ ਆ। ਇਸ ਤੋਂ ਬਾਅਦ ਕਈ ਤਾਰਾਂ ਇਕੱਠੀਆਂ ਕਰਕੇ ਕੱਤ ਲਈਆਂ ਜਾਂਦੀਆਂ ਹਨ। ਇਸ ਤਰ੍ਹਾਂ ਰੇਸ਼ਮ ਦਾ ਬਹੁਤ ਬਰੀਕ ਧਾਗਾ ਤਿਆਰ ਹੋ ਜਾਂਦਾ ਹੈ। ਇਸ ਧਾਗੇ ਦਾ ਰੰਗ ਸੁਨਹਿਰੀ ਹੁੰਦਾ ਹੈ। ਇਸ ਕੱਚੇ ਰੇਸ਼ਮ ਨੂੰ ਸਾਫ਼ ਕਰਕੇ ਕੱਪੜਾ ਬਣਾਉਣ ਯੋਗ ਬਣਾਇਆ ਜਾਂਦਾ ਹੈ। ਰੇਸ਼ਮ ਬਣਾਉਣ ਦੇ 2 ਤਰੀਕੇ ਹਨ। ਇੱਕ ਤਾਂ ਇਹ ਕੱਪੜੇ ਖੱਡੀਆਂ ਨਾਲ ਬਣਾਇਆ ਜਾਂਦਾ ਹੈ ਅਤੇ ਦੂਜਾ ਮਸ਼ੀਨਾਂ ਰਾਹੀਂ ਤਿਆਰ ਕੀਤਾ ਜਾਂਦਾ ਹੈ। ਅੱਜ ਕੱਲ੍ਹ ਤਾਂ ਰੇਸ਼ਮ ਪੈਦਾ ਕਰਨਾ ਉਦਯੋਗ ਬਣ ਗਿਆ ਹੈ। ਜਿਵੇਂ ਸੂਤ ਤਿਆਰ ਕਰਨ ਲਈ ਅਸੀਂ ਖੇਤਾਂ ਵਿੱਚੋਂ ਕਪਾਹ ਬੀਜਦੇ ਹਾਂ, ਉੱਨੀ ਕੱਪੜਾ ਤਿਆਰ ਕਰਨ ਲਈ ਭੇਡਾਂ ਪਾਲਦੇ ਹਾਂ। ਇਸ ਤਰ੍ਹਾਂ ਰੇਸ਼ਮ ਪ੍ਰਾਪਤ ਕਰਨ ਲਈ ਸ਼ਹਿਤੂਤ ਦੇ ਬਾਗ ਲਾਏ ਜਾਂਦੇ ਹਨ। ਰੇਸ਼ਮ ਦਾ ਕੀੜਾ ਜਦੋਂ ਜਿੱਥੇ ਇਹਨਾਂ ਦਾ ਪਾਲਦੇ ਹੋ, ਜਿਹੜੇ ਤੂਤ ਦੇ ਪੱਤੇ ਹੁੰਦੇ, ਆਮ ਪਿੰਡਾਂ 'ਚ ਆਪਣੇ ਤੂਤ ਛੋਟੇ, ਉਹ ਬਹੁਤ ਜਿਹੜਾ ਤੂਤ ਦਾ ਖੇਤੀ ਲਾਉਂਦੇ ਆ, ਵੱਟਾਂ ਪਾ ਕੇ ਤੇ ਖੇਲਾਂ ਦੇ ਉੱਪਰ ਤੂਤ ਲਾਈ ਜਾਂਦੇ ਆ। ਉਹ ਤੂਤ ਦਾ ਪੱਤਾ ਬਹੁਤ ਹੀ, ਉਹਦਾ ਸਾਈਜ਼ ਕਮ ਸੇ ਕਮ 15 ਇੰਚ ਲੰਮਾ ਚੌੜਾਈ ਦੇ ਵਿੱਚ ਹੁੰਦਾ ਆ। ਲੰਬਾਈ ਚੌੜਾਈ ਦੇ ਵਿੱਚ ਬਹੁਤ ਪੱਤਾ ਚੌੜਾ, ਉਹਦੇ ਵਿੱਚ ਕੀੜਾ ਬਣ ਕੇ ਉਹ ਆਮ ਵੀ ਕੁਛ ਇਲਾਕਿਆਂ ਇੰਡੀਆ ਦੇ ਵਿੱਚ ਕਾਫੀ, ਕਸ਼ਮੀਰ ਦੇ ਵਿੱਚ ਵੀ ਕਾਫੀ ਲੋਕ ਇਹ ਪੈਦਾਵਾਰ ਉਸਦੀ ਕਰਦੇ ਆ। ਉਹ ਕੀੜਾ ਉਹਦੇ ਵਿੱਚ ਜੋ ਆਪਣਾ ਕੰਮ ਕਰਦਾ ਆ। ਜਿਵੇਂ ਤਿਆਰ ਕਰਨ ਅਸੀਂ ਖੇਤਾਂ 'ਚ ਕਪਾਹਾਂ ਬੀਜਦੇ, ਪਰ ਅਲੱਗ ਉਪਰਾਲੇ ਆ। ਇਹ ਤਾਂ ਰੇਸ਼ਮ ਤਿਆਰ ਹੁੰਦਾ ਕੀੜਾ ਗਰਮੀ ਤੋਂ ਵੀ ਜ਼ਿਆਦਾ ਸਰਦੀ ਬਰਦਾਸ਼ਤ ਨਹੀਂ ਕਰ ਸਕਦਾ, ਨਾ ਗਰਮੀ ਤੇ ਨਾ ਸਰਦੀ। ਸ਼ਹਿਤੂਤ ਦਾ ਦਰਖਤ ਵੀ ਅਜਿਹੀਆਂ ਥਾਵਾਂ ਉੱਤੇ ਵਧੇਰੇ ਹੁੰਦਾ ਹੈ ਜਿੱਥੇ ਨਾ ਜ਼ਿਆਦਾ ਗਰਮੀ ਤੇ ਨਾ ਜ਼ਿਆਦਾ ਸਰਦੀ ਹੋਵੇ। ਤੇ ਪਿਆਰੇ ਬੱਚਿਓ, ਅੱਜ ਕੱਲ੍ਹ ਜੋ ਰੇਸ਼ਮ ਕੀੜੇ ਪਾਲਣ ਦਾ ਕੰਮ ਮਤਲਬ ਕਾਫੀ ਕਰਦੇ, ਉਹ ਕੰਮ ਸਾਡੇ ਦੇਸ਼ ਵਿੱਚ ਵੀ ਬਹੁਤ ਹੋ ਰਿਹਾ। ਅਸੀਂ ਜੋ ਕੋਲੋਂ ਇਹ ਸਭ ਕੰਮ ਤਿਆਰ ਹੋ ਰਿਹਾ ਤੇ ਮਿਹਨਤ ਕਰਕੇ, ਜੋ ਬਹੁਤ ਬੱਚਿਆਂ ਨੇ ਇਹ ਚੀਜ਼ ਨਹੀਂ ਦੇਖਿਆ ਵੀ ਰੇਸ਼ਮ ਦਾ ਕੀੜਾ ਜਾਂ ਕਿਸ ਨੂੰ ਕਹਿੰਦੇ ਆ, ਜਾਂ ਕੀੜਾ ਜਾਂ ਕਾਟਨ ਕੱਪੜਾ ਕਿਵੇਂ ਤਿਆਰ ਹੁੰਦਾ। ਤੇ ਪਿਆਰੇ ਬੱਚੇ, ਇਸ ਤਰ੍ਹਾਂ ਇਹ ਤਿਆਰ ਹੁੰਦਾ ਆ। ਤੂਤ ਦੇ ਪੱਤੇ ਲੈ ਜਾਂਦੇ ਆ, ਰੇਸ਼ਮੀ ਕੀੜਾ ਹੁੰਦਾ। ਇਹਦੇ ਤੇ ਸਾਨੂੰ ਕਾਫੀ ਚੀਜ਼ਾਂ ਆ। ਇਹਦੇ ਵਿੱਚ ਤੁਸੀਂ ਆਮ ਬੁੱਕ ਪੜ੍ਹਦੇ ਆ, ਦੇਖਦੇ ਆ, ਜਦੋਂ ਉਹਦੇ ਵਿੱਚ ਕੀੜੇ ਲੰਮੇ ਕੀੜੇ ਰੇਸ਼ਮ ਦੇ ਹੁੰਦੇ ਆ। ਪਿਆਰੇ ਬੱਚਿਓ, ਜੋ ਤੁਸੀਂ ਇਹ ਤੁਹਾਨੂੰ ਕਹਾਣੀ ਕਵਿਤਾ ਜਿਹੜੀ ਦੱਸਿਆ ਆ, ਤੇ ਤੁਸੀਂ ਬੁੱਕ ਦੇ ਪੜ੍ਹੋਗੇ ਆਪ, ਇਹਦੇ ਵਿੱਚ ਸਾਰਾ ਸਾਨੂੰ ਜਾਣਕਾਰੀ ਮਿਲਦੀ ਜੀਵਨ ਦੇ ਵਿੱਚ ਵੀ ਕਿੱਥੇ ਸਾਡਾ ਕਿਹੜੀ ਚੀਜ਼ ਕਿਵੇਂ ਤਿਆਰ ਹੁੰਦੀ ਆ। ਤੇ ਕੱਪੜੇ ਲੀੜੇ ਜੋ ਅਸੀਂ ਰੁਮਾਲ, ਇਹ ਚੀਜ਼ਾਂ ਆ ਰੇਸ਼ਮ ਦੇ ਕੀੜੇ ਜ਼ਰੀਏ ਤਿਆਰ ਹੁੰਦੀਆਂ ਹਨ। ਤੇ ਇਹ ਅਸੀਂ ਜੋ ਬਹੁਤ ਸਾਡੇ ਵੀ ਕਾਂਡੇ ਆ। ਤੁਸੀਂ ਪਿਆਰੇ ਬੱਚੋ ਘਰ ਬੈਠ ਕੇ ਆਪਣਾ ਗਰਮੀ ਤੋਂ ਵਰਕ ਕਰਨਾ ਆ। ਤੇ ਇੱਥੇ ਮੈਂ ਜੋ ਦੱਸੀ ਕਹਾਣੀ ਬਹੁਤ ਹੀ ਤੁਸੀਂ ਅਮਲ ਕਰਨਾ। ਤੇ ਅਗਲੇ ਨੈਕਸਟ ਫਿਰ ਆਪਾਂ ਕਹਾਣੀ ਜ਼ਰੀਏ ਹੋਰ ਕੁਝ ਦੱਸਾਂਗੇ। ਚਲੋ ਪਿਆਰੇ ਬੱਚੋ, ਠੀਕ ਹੈ। ਥੈਂਕ ਯੂ ਬੇਟਾ।